ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਦੇ ਸੁਪਨੇ ਸਜਾਉਣ ਵਾਲੇ ਪੰਜਾਬੀ ਵਿਦਿਆਰਥੀ ਡੁੱਬੇ ਚਿੰਤਾ 'ਚ। ਵਿਦਿਆਰਥੀਆਂ ਦੇ ਲਈ ਕੈਨੇਡਾ ਵਿੱਚ ਸੁਨਹਿਰੀ ਮੌਕਾ ਵੀ ਹੋ ਸਕਦਾ ਹੈ। ਕੈਨੇਡਾ 'ਚ ਨਰਸਾਂ ਦੇ 35,000 ਤੋਂ ਜ਼ਿਆਦਾ ਅਹੁਦੇ ਹੋ ਚੁੱਕੇ ਨੇ ਖਾਲੀ। ਨਿਊਜ਼ੀਲੈਂਡ ਨੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੀਜ਼ਾ ਨਿਯਮਾਂ ਵਿੱਚ ਕੀਤਾ ਬਦਲਾਅ। ਸਾਡੇ ਜਿੰਨੇ ਵੱਡੇ ਅਤੇ ਗੁੰਝਲਦਾਰ ਦੇਸ਼ ਵਿੱਚ ਤਰੱਕੀ ਕਰਨਾ ਸਪਸ਼ਟ ਤੌਰ ਤੇ ਨਹੀਂ ਆਸਾਨ, ਰਾਸ਼ਟਰਪਤੀ ਬਾਈਡਨ ਦਾ ਬਿਆਨ। ਯੂਕਰੇਨ ਨੂੰ ਡਾਲਰ ਤੇ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਵੇਗਾ ਅਮਰੀਕਾ। ਕੈਲੀਫੋਰਨੀਆ ਤੋਂ ਫਲੋਰੀਡਾ ਤੱਕ ਇੱਕ ਸਕੀਮ ਤਹਿਤ ਹੁੰਦੀ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ। ਭਾਰਤ ਦੀ ਅਮਰੀਕਾ ਤੋਂ MQ-98 ਡਰੋਨ ਖਰੀਦਣ ਦੀ ਗੱਲਬਾਤ ਅਹਿਮ ਪੜਾਅ 'ਚ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਦੇ ਸੁਪਨੇ ਸਜਾਉਣ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਕਿਉਂਕਿ ਸਤੰਬਰ ਸੈਸ਼ਨ ਵਿੱਚ ਕੇਵਲ 15 ਦਿਨ ਬਾਕੀ ਨੇ, ਪਰ ਉਹਨਾਂ ਨੂੰ ਸਟੱਡੀ ਵੀਜ਼ਾ ਨਹੀਂ ਮਿਲ ਰਿਹਾ। ਅੰਬੈਸੀ ਵੱਲੋਂ ਸਟੱਡੀ ਵੀਜ਼ੇ ਦੀਆਂ ਪੁਰਾਣੀਆਂ ਅਰਜ਼ੀਆਂ ਵੀ ਸਮੇਂ ਸਿਰ ਕਲੀਅਰ ਨਹੀਂ ਕੀਤੀਆਂ ਗਈਆਂ ਤੇ ਹੁਣ ਨਵੀਆਂ ਅਰਜ਼ੀਆਂ ਵੀ ਲਟਕ ਰਹੀਆਂ ਨੇ। ਬੈਕਲੌਗ ਵਧਣ ਤੇ ਕਈ ਹੋਰ ਕਾਰਨਾਂ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦਾ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਇਲਸ ਵਿੱਚ ਚੰਗੇ ਬੈਂਡ ਲਏ ਸੀ। ਇਸ ਕਾਰਨ ਪੰਜਾਬੀ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਚਿੰਤਾ ਵਿੱਚ ਡੁੱਬ ਗਏ ਨੇ। ਕੈਨੇਡਾ 'ਚ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸਾਰੇ ਕਾਲਜਿਸ ਅਤੇ ਯੂਨੀਵਰਸਿਟੀਜ਼ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਕੇਵਲ 15 ਦਿਨ ਦਾ ਸਮਾਂ ਬਚਿਆ ਹੈ, ਪਰ ਕੈਨੇਡੀਅਨ ਐਮਬੈਸੀ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ। ਕਈ ਵਿਦਿਆਰਥੀ ਅਗਸਤ ਮਹੀਨੇ ਦੇ ਆਖਰੀ ਦਿਨਾਂ ਦੀ ਏਅਰ ਟਿਕਟ ਤੱਕ ਬੁੱਕ ਕਰਵਾ ਕੇ ਲੱਖਾਂ ਰੁਪਏ ਕਾਲਜਾਂ ਨੂੰ ਫੀਸ ਦੇ ਕੇ ਬੈਠੇ ਨੇ, ਪਰ ਸਟੱਡੀ ਵੀਜ਼ਾ ਦੀਆਂ ਫਾਈਲਾਂ ਲਟਕ ਰਹੀਆਂ ਨੇ। ਸੋ ਇਸ ਤਰ੍ਹਾਂ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ, ਪਰ ਹੁਣ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ। ਕੈਨੇਡਾ ਵਿੱਚ ਕਰੀਬ 35,000 ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਨੇ। ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ ਮੌਕਾ ਵੀ ਸਾਬਤ ਹੋ ਸਕਦਾ ਹੈ। ਕੈਨੇਡਾ ਵਿੱਚ ਜਿੱਥੇ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ, ਉੱਥੇ ਕੈਨੇਡਾ ਵਿੱਚ ਹਰ 4 ਵਿੱਚੋਂ ਇੱਕ ਨਰਸ ਅਗਲੇ 3 ਸਾਲ ਵਿੱਚ ਨੌਕਰੀ ਛੱਡਣ ਦਾ ਮਨ ਬਣਾ ਚੁੱਕੀ ਹੈ। ਕੈਨੇਡੀਅਨ ਯੂਨੀਅਨ ਆਫ ਨਰਸਿਸ ਮੁਤਾਬਕ ਇੱਕ ਅੰਦਰੂਨੀ ਸਰਵੇ ਵਿੱਚ ਕਰੀਬ 28% ਨਰਸਾਂ ਨੇ ਕੰਮ ਦੇ ਤਣਾਅ, ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੁਰਵਿਵਹਾਰ ਕਾਰਨ ਅਤੇ ਕੰਮ ਕਰਨ ਦਾ ਸਹੀ ਮਾਹੌਲ ਨਾ ਹੋਣ ਕਾਰਨ ਨੌਕਰੀ ਛੱਡਣ ਦੀ ਇੱਛਾ ਜਤਾਈ ਹੈ। ਨਰਸਿੰਗ ਸਟਾਫ ਦੀ ਕਮੀ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਅਮਰੀਕਾ ਵਿੱਚ ਬਿਹਤਰ ਕਮਾਈ ਦੀ ਇੱਛਾ 'ਚ ਪਲਾਇਨ ਦੀ ਇਸ ਕਮੀ ਦੀ ਵੱਡੀ ਵਜ੍ਹਾ ਬਣ ਕੇ ਸਾਹਮਣੇ ਆਇਆ। ਕੈਨੇਡਾ ਵਿੱਚ ਆਉਣ ਵਾਲੀਆਂ ਇਮੀਗ੍ਰੈਂਟਸ ਨਰਸਾਂ ਦਾ ਅਮਰੀਕਾ ਜਾਣਾ ਜਾਰੀ ਹੈ। ਉਹ ਕੈਨੇਡਾ ਵਿੱਚ ਕੰਮ ਕਰਦੇ ਹੋਏ ਅਮਰੀਕੀ ਨਰਸਿੰਗ ਲਾਇਸੈਂਸ ਦੇ ਟੈਸਟ ਆਦਿ ਦੇ ਕੇ ਇੰਤਜ਼ਾਰ ਕਰਦੀਆਂ ਨੇ। ਲਾਇਸੈਂਸ ਮਿਲਦੇ ਹੋ ਅਮਰੀਕਾ ਦੇ ਹਸਪਤਾਲਾਂ ਵਿੱਚ ਪਹੁੰਚ ਜਾਂਦੀਆਂ ਨੇ। ਕੈਨੇਡਾ ਵਿੱਚ ਨਰਸਾਂ ਨੂੰ ਪ੍ਰਤੀ ਘੰਟਾ 27 ਤੋਂ 40 ਡਾਲਰ ਤੱਕ ਮਿਲਦੇ ਨੇ। ਉੱਥੇ ਅਮਰੀਕਾ ਵਿੱਚ ਉਹਨਾਂ ਨੂੰ 50 ਤੋਂ 55 ਡਾਲਰ ਪ੍ਰਤੀ ਘੰਟਾ ਮਿਲਦੇ ਨੇ। ਇੱਥੇ ਦੱਸ ਦਈਏ ਕਿ ਕੈਨੇਡਾ ਵਿੱਚ 2,40,000 ਨਰਸਾਂ ਦੇ ਕੁੱਲ ਅਹੁਦਿਆਂ ਵਿੱਚੋਂ ਕਰੀਬ 15% ਇਸ ਸਮੇਂ ਖਾਲੀ ਨੇ ਅਤੇ ਇਹ ਅੰਕੜਾ 20% ਮਤਲਬ 50,000 ਤੱਕ ਵੀ ਪਹੁੰਚ ਸਕਦਾ ਹੈ। ਪੇਂਡੂ ਖੇਤਰਾਂ ਵਿੱਚ ਮੌਜੂਦ ਹਸਪਤਾਲਾਂ 'ਚ ਸਟਾਫ ਦੀ ਕਮੀ ਹੋਰ ਵੀ ਜ਼ਿਆਦਾ ਹੈ। ਕਈ ਸ਼ਹਿਰਾਂ ਅਤੇ ਪੇਂਡੂ ਹਸਪਤਾਲਾਂ ਵਿੱਚ ਕੇਵਲ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਕੈਨੇਡਾ ਵਿੱਚ ਵਿਭਿੰਨ ਦੇਸ਼ਾਂ ਤੋਂ ਸਟੱਡੀ ਕਰਕੇ ਆਈਆਂ ਹੋਈਆਂ 14,000 ਨਰਸਾਂ ਨੇ, ਜਿਨ੍ਹਾਂ ਵਿੱਚੋਂ 5,000 ਤੋਂ ਵੱਧ ਇਕੱਲੇ ਪੰਜਾਬ ਤੋਂ ਨੇ, ਪਰ ਕੈਨੇਡੀਅਨ ਟੈਸਟ ਅਤੇ ਹੋਰ ਨਿਯਮਾਂ ਕਾਰਨ ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਪਾ ਰਹੀਆਂ। ਸਰਕਾਰ ਇਹਨਾਂ ਨੂੰ ਤੇਜ਼ੀ ਨਾਲ ਕੰਮ ਤੇ ਰੱਖਣਾ ਚਾਹੁੰਦੀ ਹੈ, ਪਰ ਪ੍ਰਕਿਰਿਆ ਪੂਰੀ ਕਰਨ ਵਿੱਚ ਸਮਾਂ ਲੱਗ ਰਿਹਾ। ਨਿਊਜ਼ੀਲੈਂਡ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਥਾਈ ਤੌਰ ਤੇ ਤਬਦੀਲੀ ਕਰੇਗਾ, ਜਿਸ ਦਾ ਉਦੇਸ਼ ਅਗਲੇ 12,000 ਵਰਕਰਾਂ ਨੂੰ ਆਕਰਸ਼ਿਤ ਕਰਨਾ ਹੈ। ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਐਤਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਹਜ਼ਾਰਾਂ ਵਾਧੂ ਕਾਮਿਆਂ ਦੀ ਨਿਯੁਕਤੀ ਕਰਨ ਲਈ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਥਾਈ ਬਦਲਾਅ ਕਰੇਗਾ। ਇਸ ਲਈ ਵਰਕਿੰਗ ਹੌਲੀਡੇ ਸਕੀਮ ਤਿਆਰ ਕੀਤੀ ਗਈ ਹੈ। ਕੁਝ ਸਮੁੰਦਰੀ ਕਿਨਾਰੇ ਵਰਕਿੰਗ ਹੌਲੀਡੇ ਮੇਕਰਸ ਦੇ ਵੀਜ਼ੇ ਦੀ 6 ਮਹੀਨਿਆਂ ਲਈ ਵਧਾ ਦਿੱਤੇ ਜਾਣਗੇ ਕਿਉਂਕਿ ਕਾਰੋਬਾਰ ਸਟਾਫ ਦੀ ਕਮੀ ਨਾਲ ਜੂਝ ਰਹੇ ਨੇ। ਕਾਮਿਆਂ ਦੀ ਕਮੀ ਇੱਕ ਵਿਸ਼ਵ ਵਿਆਪੀ ਰੁਝਾਨ ਦਾ ਹਿੱਸਾ ਹੈ ਜਿਸ ਨੇ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਵਧਾਉਣ ਵਿੱਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਦੁਆਰਾ ਮਹਿੰਗਾਈ ਤੇ ਲੜਾਈ ਲਈ ਇੱਕ ਚੁਣੌਤੀ ਪੇਸ਼ ਕੀਤੀ ਹੈ, ਜਿਸ ਨੇ ਪਿਛਲੇ ਹਫ਼ਤੇ ਸਤੰਬਰ 2015 ਤੋਂ ਬਾਅਦ ਸਭ ਤੋਂ ਵੱਧ ਵਿਆਜ ਦਰਾਂ ਨੂੰ ਵਧਾ ਦਿੱਤਾ। ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਪਾਅ ਉਹਨਾਂ ਕਾਰੋਬਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਬਾਰੇ ਨੇ ਜੋ ਵਿਸ਼ਵ ਵਿਆਪੀ ਕਾਮਿਆਂ ਦੀ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਨੇ।
ਹੋਰ ਕਦਮਾਂ ਵਿੱਚ ਬਜ਼ੁਰਗਾਂ ਦੀ ਦੇਖਭਾਲ, ਉਸਾਰੀ ਅਤੇ ਬੁਨਿਆਦੀ ਢਾਂਚਾ, ਮੀਟ ਪ੍ਰੋਸੈਸਿੰਗ, ਸਮੁੰਦਰੀ ਭੋਜਨ ਅਤੇ ਸਾਹਸੀ ਸੈਰ ਸਪਾਟਾ ਵਰਗੇ ਖੇਤਰਾਂ 'ਚ ਹੁਨਰਮੰਦ ਪ੍ਰਵਾਸੀਆਂ ਲਈ ਉਜਰਤ ਨਿਯਮਾਂ ਵਿੱਚ ਢਿੱਲ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਹੁਨਰ ਦੇ ਪੱਧਰ ਅਤੇ ਸੈਕਟਰਾਂ ਵਿੱਚ ਕਰਮਚਾਰੀਆਂ ਦੀਆਂ ਚੁਣੌਤੀਆਂ ਨੂੰ ਦੇਖਿਆ ਜਾ ਰਿਹਾ ਅਤੇ ਨਿਊਜ਼ੀਲੈਂਡ ਇਸ ਵਿੱਚ ਇਕੱਲਾ ਨਹੀਂ ਹੈ। ਇਹ ਉਪਾਅ ਉਦੋਂ ਆਉਂਦੇ ਨੇ ਜਦੋਂ ਦੂਜੀ ਤਿਮਾਹੀ ਵਿੱਚ ਬੇਰੁਜ਼ਗਾਰੀ ਦੀ ਦਰ 3.3% ਸੀ। ਸਾਡੇ ਜਿੰਨੇ ਵੱਡੇ ਅਤੇ ਗੁੰਝਲਦਾਰ ਦੇਸ਼ ਵਿੱਚ ਤਰੱਕੀ ਕਰਨਾ ਸਪਸ਼ਟ ਤੌਰ ਤੇ ਆਸਾਨ ਨਹੀਂ ਹੈ, ਪਰ ਅਟੁੱਟ ਵਿਸ਼ਵਾਸ, ਵਚਨਬੱਧਤਾ ਅਤੇ ਧੀਰਜ ਨਾਲ ਤਰੱਕੀ ਆਉਂਦੀ ਹੈ। ਪਿਛਲੇ ਕੁਝ ਹਫ਼ਤਿਆਂ ਨੂੰ ਇਹ ਸਾਬਤ ਕਰ ਦਿੱਤਾ ਹੈ। ਇਹ ਕਹਿਣਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ। From the American Rescue Plan that helped create nearly 10 million new jobs to once-in-a-generation infrastructure law that will rebuild America's roads, bridges, ports, deliver clean water, high-speed internet to every American, to the first meaningful gun safety law in 30 years, and to get significant veterans health care law in decades for the first time, to a groundbreaking chips and science law that's going to ensure that technologies and jobs of the future are made here in America. And all this progress is part of our vision and plan and determined effort to get the job done for the American people. ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਗਾ, ਜਿਸ ਵਿੱਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਤੋਪਾਂ ਦੇ ਗੋਲੇ ਵੀ ਸ਼ਾਮਲ ਹੋਣਗੇ। ਅਮਰੀਕਾ ਦੀਆਂ ਅਖਬਾਰਾਂ ਵਿੱਚ ਛਪੀ ਰਿਪੋਰਟ ਅਨੁਸਾਰ ਇਹ ਖੁਲਾਸਾ ਪੈਂਟਾਗਨ ਦੁਆਰਾ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ ਆਪਣਾ ਨਾਮ ਗੁਪਤ ਰੱਖਦਿਆਂ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਕੀਤਾ ਹੈ। ਇਸ ਸੀਨੀਅਰ ਅਧਿਕਾਰੀ ਅਨੁਸਾਰ 77.50 ਕਰੋੜ ਡਾਲਰ ਦੇ ਇਸ ਪੈਕੇਜ ਵਿੱਚ ਰੂਸੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੋਪਖਾਨੇ ਦੇ ਉੱਚ ਗਤੀਸ਼ੀਲ ਵਾਲੇ ਰਾਕੇਟ ਸਿਸਟਮ ਜਾਂ ਹਿਮਾਰਸ ਸਿਸਟਮ ਲਈ ਬਰੂਦ ਵੀ ਸ਼ਾਮਲ ਹੈ, ਜਿਸ ਨੂੰ ਯੂਕਰੇਨੀ ਫੋਰਸਾਂ ਪਹਿਲਾਂ ਵੀ ਵਰਤ ਰਹੀਆਂ ਨੇ। ਯੂਕਰੇਨੀ ਫੋਰਸਾਂ ਰੂਸੀ ਫੌਜਾਂ ਦੀਆਂ ਚੌਂਕੀਆਂ ਨੂੰ ਤਬਾਹ ਕਰਨ ਲਈ 40 ਮੀਲ ਤੋਂ ਵੱਧ ਮਾਰ ਕਰਨ ਵਾਲੇ ਰਾਕੇਟ ਵਰਤ ਰਹੀਆਂ ਨੇ। ਇਸ ਅਧਿਕਾਰੀ ਅਨੁਸਾਰ ਰੂਸੀ ਫੌਜਾਂ ਇਸ ਸਾਲ ਫਰਵਰੀ ਵਿੱਚ ਅੱਗੇ ਵਧਣੀਆਂ ਸ਼ੁਰੂ ਹੋਈਆਂ ਨੇ, ਜੋ ਇਸ ਸਮੇਂ ਝੁਕ ਗਈਆਂ। ਯੂਕਰੇਨੀ ਹਮਲੇ ਰੂਸ ਦੇ ਹਮਲੇ ਦੀ ਤੀਬਰਤਾ ਨੂੰ ਕਮਜ਼ੋਰ ਕਰ ਰਹੇ ਨੇ, ਪਰ ਅਜੇ ਵੀ ਬਹੁਤ ਸਾਰਾ ਇਲਾਕਾ ਰੂਸ ਦੇ ਕਬਜ਼ੇ ਹੇਠ ਹੈ, ਜਿਸ ਨੂੰ ਯੂਕਰੇਨੀ ਫੋਰਸਾਂ ਛਡਾਉਣ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਨੇ। ਇਸ ਪੈਕੇਜ ਤਹਿਤ ਅਮਰੀਕਾ ਯੂਕਰੇਨ ਨੂੰ ਡਰੋਨ, ਰਵਾਇਤੀ ਤੋਪਖਾਨੇ ਦਾ ਅਸਲਾ ਤੇ ਰੂਸੀ ਫੌਜ ਵੱਲੋਂ ਸੜਕਾਂ ਉੱਪਰ ਵਿਛਾਈਆਂ ਗਈਆਂ ਬਰੂਦੀ ਸੁਰੰਗਾਂ ਤੋਂ ਬਚਣ ਲਈ ਗੁੱਡੀਆਂ ਵੀ ਦੇਗਾ। 2014 ਤੋਂ ਬਾਅਦ ਅਮਰੀਕਾ ਯੂਕਰੇਨ ਨੂੰ 12.6 ਅਰਬ ਡਾਲਰ ਦੀ ਫੌਜੀ ਮਦਦ ਦੇ ਚੁੱਕਾ ਹੈ, ਜਿਸ ਵਿੱਚ ਪਿਛਲੇ 1 ਸਾਲ ਵਿੱਚ ਅਮਰੀਕਾ ਨੇ ਯੂਕਰੇਨ ਨੂੰ 10 ਅਰਬ ਡਾਲਰ ਦੇ ਹਥਿਆਰ ਦਿੱਤੇ ਨੇ। ਫਲੋਰੀਡਾ ਵਿੱਚ ਪਿਛਲੇ ਤਕਰੀਬਨ 2 ਸਾਲਾਂ ਦੌਰਾਨ ਡਰੱਗ ਤਸਕਰੀ ਜਾਂਚ ਤਹਿਤ 128 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ 85 ਸ਼ੱਕੀ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ। ਇਹ ਜਾਣਕਾਰੀ ਪੋਲਕ ਕਾਉਂਟੀ ਦੇ ਸ਼eriff ਦਫ਼ਤਰ ਦੇ ਅਧਿਕਾਰੀਆਂ ਨੇ ਦਿੱਤੀ ਹੈ। ਜਾਂਚ, ਜਿਸ ਦਾ ਸਿਰਲੇਖ ਆਪਰੇਸ਼ਨ ਫਲਾਈਂਗ ਆਈਸ ਰੱਖਿਆ ਗਿਆ ਸੀ, ਸਤੰਬਰ 2020 ਵਿੱਚ ਵਿੰਟਰ ਹੈਵਨ, ਫਲੋਰੀਡਾ ਤੋਂ ਸ਼ੁਰੂ ਕੀਤਾ ਗਿਆ ਸੀ। ਪਹਿਲੇ ਤਲਾਸ਼ੀ ਵਾਰੰਟਾਂ ਤਹਿਤ ਕੇਵਲ 1 ਪਾਉਂਡ ਮੈਥਮਫੈਟਾਮਾਈਨ ਬਰਾਮਦ ਹੋਈ, ਪਰ ਇਸ ਤੋਂ ਬਾਅਦ ਮੈਥਾਫੈਟਾਮਾਈਨ ਟ੍ਰੈਫਿਕਿੰਗ ਸਕੀਮ ਦਾ ਪਰਦਾਫਾਸ਼ ਹੋਇਆ, ਜਿਸ ਸਕੀਮ ਤਹਿਤ ਕੈਲੀਫੋਰਨੀਆ ਤੋਂ ਫਲੋਰੀਡਾ ਵਿੱਚ ਵੱਡੀ ਪੱਧਰ ਉੱਪਰ ਘਰੇਲੂ ਉਡਾਣਾਂ ਰਾਹੀਂ ਮੈਥਮਫੈਟਾਮਾਈਨ ਦੀ ਤਸਕਰੀ ਕੀਤੀ ਜਾਂਦੀ ਹੈ। ਇਹ ਬਰਾਮਦਗੀ ਘਰੇਲੂ ਉਡਾਣਾਂ ਦੇ ਸਮਾਨ ਦੀ ਤਲਾਸ਼ੀ ਦੌਰਾਨ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੋਲਕ ਕਾਉਂਟੀ ਦੇ ਸ਼eriff ਜੂਡੇ ਨੇ ਫੜੇ ਗਏ 6 ਸੂਟਕੇਸ ਵੀ ਦਿਖਾਏ, ਜਿਨ੍ਹਾਂ ਵਿੱਚ ਮੈਥਮਫੈਟਾਮਾਈਨ ਭਰੀ ਪਈ ਸੀ। ਨਸ਼ੀਲੇ ਪਦਾਰਥ ਨਾਲ ਭਰੇ ਇਹ ਸੂਟਕੇਸ ਇੱਕ ਏਅਰਲਾਈਨ ਦੀ ਉਡਾਣ ਰਾਹੀਂ ਓਰਲਾਂਡੋ ਵਿੱਚ ਲਿਆਂਦੇ ਗਏ। ਉਹਨਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਇਹ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਭਾਰਤ ਵੱਲੋਂ ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਸਮੁੱਚੇ ਖੇਤਰ ਦੀ ਨਿਗਰਾਨੀ ਲਈ 3 ਅਰਬ ਅਮਰੀਕੀ ਡਾਲਰ ਦੇ ਅਮਰੀਕਾ ਤੋਂ ਖਰੀਦੇ ਜਾਣ ਵਾਲੇ MQ-98 ਪ੍ਰੀਡੇਟਰ ਹਥਿਆਰਬੰਦ ਡਰੋਨ ਬਾਰੇ ਗੱਲਬਾਤ ਅਹਿਮ ਪੜਾਅ 'ਚ ਪਹੁੰਚ ਚੁੱਕੀ ਹੈ। ਇਸ ਪ੍ਰਗਤੀ ਤੋਂ ਜਾਣੂ ਲੋਕਾਂ ਵੱਲੋਂ ਐਤਵਾਰ ਨੂੰ ਦੱਸਿਆ ਕਿ ਸੈਨਾ ਦੀਆਂ 3 ਸੇਵਾਵਾਂ ਲਈ ਲੰਬੇ ਸਮੇਂ ਤੋਂ ਮਾਰੂ ਸ਼ਿਕਾਰੀ ਡਰੋਨਾਂ ਦੀ ਖਰੀਦੀ ਕੀਤੀ ਜਾ ਰਹੀ ਸੀ, ਕਿਉਂਕਿ ਇਹ ਸਮੁੰਦਰੀ ਨਿਗਰਾਨੀ, ਪਣਡੁੱਬੀ ਰੋਕੂ ਯੁੱਧ ਦੇ ਸਿੱਧੇ ਨੂੰ ਨਿਸ਼ਾਨਾ ਬਣਾਉਣ ਤੇ ਜ਼ਮੀਨੀ ਟੀਚਿਆਂ ਨੂੰ ਪ੍ਰਾਪਤ ਕਰਨ ਸਮੇਤ ਕਈ ਤਰ੍ਹਾਂ ਦੀਆਂ ਅਹਿਮ ਭੂਮਿਕਾ ਨਿਭਾਉਂਦੇ ਨੇ। ਜ਼ਿਕਰਯੋਗ ਹੈ ਕਿ MQ-98 ਡਰੋਨ MQ-9 ਰੀਪਰ ਦਾ ਇੱਕ ਰੂਪ ਹੈ, ਜਿਸ ਨਾਲ ਬੀਤੇ ਮਹੀਨੇ ਕਾਬੁਲ ਅੰਦਰ ਅਲ-ਕਾਇਦਾ ਆਗੂ ਅਲ-ਜ਼ਵਾਹਿਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੱਖਿਆ ਵਿਵਸਥਾ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਅਮਰੀਕੀ ਰੱਖਿਆ ਪ੍ਰਮੁੱਖ ਜਨਰਲ ਐਟੋਮੈਟਿਕਸ ਦੁਆਰਾ ਨਿਰਮਿਤ ਇਹਨਾਂ ਡਰੋਨਾਂ ਦੀ ਸਰਕਾਰੀ ਖਰੀਦ ਲਈ ਗੱਲਬਾਤ ਅਹਿਮ ਪੜਾਅ ਤੇ ਚੱਲ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਜਨਰਲ ਆਟੋਮਿਕਸ ਗਲੋਬਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਵਿਵੇਕ ਲਾਲ ਨੇ PTI ਨੂੰ ਦੱਸਿਆ ਕਿ ਇਹਨਾਂ ਡਰੋਨਾਂ ਦੀ ਖਰੀਦ ਬਾਰੇ ਦੋਹਾਂ ਸਰਕਾਰਾਂ ਵਿਚਕਾਰ
ਗੱਲਬਾਤ ਅਹਿਮ ਪੜਾਅ ਹੈ। ਇਹ ਮਾਰੂ ਸ਼ਿਕਾਰੀ ਡਰੋਨ ਤਿੰਨੋਂ ਸੈਨਾਵਾਂ ਲਈ ਖਰੀਦੇ ਜਾ ਰਹੇ ਨੇ। ਉੱਚ ਸਮਰੱਥਾ ਤੇ ਲੰਬੀ ਸਹਾਰਨ ਸ਼ਕਤੀ ਵਾਲੇ ਇਹ ਡਰੋਨ 35 ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ 'ਚ ਰਹਿਣ ਦੇ ਸਮਰੱਥ ਨੇ ਅਤੇ 4 ਹੈਲੀਫਾਇਰ ਮਿਜ਼ਾਈਲਾਂ ਤੇ ਲਗਭਗ 450 ਕਿਲੋਗ੍ਰਾਮ ਦੇ ਬੰਬ ਲਿਜਾ ਸਕਦੇ ਨੇ। ਜਦੋਂ ਵੀ ਦੁਨੀਆ ਦੇ ਮਹਾਨ ਮੁੱਕੇਬਾਜ਼ਾਂ ਦਾ ਜ਼ਿਕਰ ਹੋਏਗਾ ਤਾਂ ਸਭ ਤੋਂ ਪਹਿਲਾਂ ਮੁਹੰਮਦ ਅਲੀ ਤੇ ਬਾਅਦ ਵਿੱਚ ਮਾਈਕ ਟਾਇਸਨ ਦਾ ਨਾਂ ਆਉਂਦਾ ਹੈ। 56 ਸਾਲ ਦੀ ਉਮਰ ਤੋਂ ਵੀਲਚੇਅਰ ਤੇ ਹਾਲ ਹੀ 'ਚ ਮਿਆਮੀ ਇੰਟਰਨੈਸ਼ਨਲ 에ਅਰਪੋਰਟ ਤੇ ਵਿਖਾਈ ਦਿੱਤੇ। ਅਮਰੀਕੀ ਮੁੱਕੇਬਾਜ਼ ਰਹੇ ਟਾਇਸਨ ਸਾਈਕਟਿਕਾ ਫਲੇਅਰ ਅਪ ਨਾਂ ਦੀ ਬਿਮਾਰੀ ਤੋਂ ਪੀੜਤ ਨੇ, ਜਿਨ੍ਹਾਂ ਨੂੰ ਪਿੱਠ ਦੀ ਸਮੱਸਿਆ ਕਿਹਾ ਜਾ ਸਕਦਾ ਹੈ, ਜੋ ਉਹਨਾਂ ਨੂੰ ਲੰਬੇ ਸਮੇਂ ਤੋਂ ਹੈ। ਟਾਇਸਨ ਦੀ ਖਰਾਬ ਹਾਲਤ ਕਾਰਨ ਉਹਨਾਂ ਵੱਲੋਂ ਲਗਾਤਾਰ ਗਾਂਜੇ ਦਾ ਸੇਵਨ ਵੀ ਦੱਸਿਆ ਜਾ ਰਿਹਾ। ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਦਾ ਪੂਰੀ ਦੁਨੀਆ 'ਚ ਇੱਕ ਨਾਂ ਹੈ ਤੇ 56 ਸਾਲਾ ਟਾਇਸਨ ਨੂੰ ਹਾਲ ਹੀ ਵਿੱਚ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀਲਚੇਅਰ ਤੇ ਦੇਖਿਆ ਗਿਆ। ਆਪਣੇ ਸਟਾਰ ਨੂੰ ਵੀਲਚੇਅਰ ਤੇ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਟਾਇਸਨ ਦੀ ਸਿਹਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਉਹਨਾਂ ਦਾ ਗਾਂਜੇ ਦਾ ਆਦੀ ਹੋਣਾ ਹੈ। 2 ਸਾਲ ਪਹਿਲਾਂ ਵੀ ਇਸੇ ਸਮੱਸਿਆ ਕਾਰਨ ਉਹ ਕਈ ਹਫ਼ਤਿਆਂ ਤੱਕ ਆਰਾਮ ਤੇ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਸੋਟੀ ਦੇ ਸਹਾਰੇ ਤੁਰਦੇ ਵੀ ਦੇਖਿਆ ਗਿਆ ਸੀ। ਇੱਕ ਰਿਪੋਰਟ ਮੁਤਾਬਕ ਮਾਈਕ ਟਾਇਸਨ ਹਰ ਮਹੀਨੇ ਗਾਂਜੇ ਤੇ ਲਗਭਗ 32 ਲੱਖ ਰੁਪਏ ਵੀ ਖਰਚ ਕਰ ਦਿੰਦੇ ਨੇ ਤੇ ਟਾਇਸਨ ਆਪਣੇ 420 ਏਕੜ ਦੇ ਖੇਤ ਵਿੱਚ ਗਾਂਜਾ ਵੀ ਉਗਾਉਂਦੇ ਨੇ। ਇਸ ਦੀ ਉਹਨਾਂ ਨੂੰ ਕਾਨੂੰਨੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਤਾਲਿਬਾਨ ਵੱਲੋਂ ਅਮਰੀਕੀ ਫਿਲਮ ਨਿਰਮਾਤਾ ਆਇਬਰ ਸ਼ੇਰਰ ਅਤੇ ਅਫਗਾਨ ਨਿਰਮਾਤਾ ਫੈਜ਼ੁੱਲਾ ਨੂੰ ਜ਼ਬਰਦਸਤੀ ਹਿਰਾਸਤ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ। ਪੱਤਰਕਾਰ ਸ਼ੀਰੀਅਰ ਅਤੇ ਫੈਜ਼ ਬਖਸ਼ ਕਾਬੁਲ ਦੇ ਸ਼ੇਰਪੁਰ ਇਲਾਕੇ 'ਚ ਦਸਤਾਵੇਜ਼ੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਹ ਉਹੀ ਇਲਾਕਾ ਹੈ ਜਿੱਥੇ ਕੁਝ ਦਿਨ ਪਹਿਲਾਂ ਅਲ-ਕਾਇਦਾ ਆਗੂ ਆਯਮਨ ਅਲ-ਜ਼ਵਾਹਿਰੀ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਸੀ। ਜਾਣਕਾਰੀ ਮੁਤਾਬਕ ਦੋਵਾਂ ਨੂੰ ਕਿਸੇ ਗੁਪਤ ਥਾਂ ਤੇ ਰੱਖਿਆ ਹੋਇਆ ਹੈ। ਅਮਰੀਕੀ ਮੀਡੀਆ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ੇਰਰ ਅਤੇ ਫੈਜ਼ ਬਖਸ਼ ਨੂੰ ਰਿਹਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੀਪੀਜੇ ਮੁਤਾਬਕ ਕੁਝ ਤਾਲਿਬਾਨ ਸੁਰੱਖਿਆ ਗਾਰਡਾਂ ਨੇ ਸ਼ੇਰਰ ਅਤੇ ਫੈਜ਼ ਬਖਸ਼ ਨੂੰ ਫਿਲਮ ਬਣਾਉਣ ਤੋਂ ਰੋਕਿਆ ਤੇ ਫਿਲਮ ਬਣਾਉਣ ਦੇ ਉਦੇਸ਼ ਬਾਰੇ ਸਵਾਲ ਪੁੱਛੇ। ਇਸ ਦੇ ਨਾਲ ਹੀ ਉਹਨਾਂ ਦੇ ਵਰਕ ਪਰਮਿਟ ਦੀ ਜਾਂਚ ਕੀਤੀ ਅਤੇ ਉਹਨਾਂ ਦੇ ਸ਼ਨਾਖਤੀ ਕਾਰਡ, ਪਾਸਪੋਰਟ ਅਤੇ ਮੋਬਾਈਲ ਫੋਨ ਵੀ ਦੇਖੇ। ਤਾਲਿਬਾਨੀ ਗਾਰਡ ਉਹਨਾਂ ਨੂੰ ਅਮਰੀਕੀ ਜਸੂਸ ਦੱਸ ਰਹੇ ਨੇ। ਸੁਰੱਖਿਆ ਕਰਮਚਾਰੀਆਂ ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਯਾਤਰੀ ਤੋਂ 60 ਕਰੋੜ ਰੁਪਏ ਦੀ ਕੀਮਤ ਦਾ 30 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ। ਕਾਬੂ ਕੀਤੇ ਨਸ਼ੀਲੇ ਪਦਾਰਥ ਨੂੰ ਅਗਲੇਰੀ ਜਾਂਚ ਲਈ ਸਰਕਾਰੀ ਲੈਬੋਰੇਟਰੀ ਭੇਜ ਦਿੱਤਾ ਗਿਆ। CIAL ਦੀ ਅਧਿਕਾਰਤ ਜਾਣਕਾਰੀ ਦੇ ਅਨੁਸਾਰ ਦੋਸ਼ੀ ਦੀ ਪਛਾਣ ਮੁਰਲੀਧਰਨ ਨਾਇਰ ਵਜੋਂ ਹੋਈ ਹੈ, ਜੋ ਜ਼ਿੰਬਾਬਵੇ ਤੋਂ ਦੋਹਾਂ ਦੇ ਰਸਤੇ ਕੋਚੀ ਪਹੁੰਚਿਆ ਸੀ। ਕੋਚੀ ਤੋਂ ਦਿੱਲੀ ਜਾਣ ਵਾਲੀ 에ਅਰ ਏਸ਼ੀਆ ਦੀ ਫਲਾਈਟ ਵਿੱਚ ਸਵਾਰ ਹੁੰਦੇ ਹੀ ਉਸ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ। CIAL ਦੇ ਸੁਰੱਖਿਆ ਵਿਭਾਗ ਨੇ ਅਤ ਆਧੁਨਿਕ 3D MRI ਸਕੈਨਿੰਗ ਮਸ਼ੀਨ ਨਾਲ ਬੈਗ ਵਿੱਚ ਛੁਪੀ ਹੋਈ ਸਮੱਗਰੀ ਲੱਭੀ। ਉਹ ਪਲੱਕੜ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਨਾਰਕੋਟਿਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਯੂਨਿਟ ਨੇ ਅਫਗਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਡਰੱਗ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿੱਚ ANTF ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਪੰਕਜ ਬੈਦ ਉਰਫ ਸੰਜੂ ਬਾਬਾ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਆਪਰੇਸ਼ਨ ਦੌਰਾਨ 130 ਕਰੋੜ ਰੁਪਏ ਦੀ ਕਿਲੋਆਂ ਦੇ ਹਿਸਾਬ ਦੇ ਨਾਲ ਹੈਰੋਇਨ ਬਰਾਮਦ ਕੀਤੀ ਗਈ ਅਤੇ ਇੱਕ ਅਫਗਾਨ ਨਾਗਰਿਕ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਕਸਰ ਲੋਕ ਨਦੀ ਵਿੱਚ ਨਹਾਉਣ ਲਈ ਜਾਂਦੇ ਨੇ ਤੇ ਬੱਚੇ ਵੀ ਮਜ਼ੇ ਨਾਲ ਅਜਿਹਾ ਕਰਨ ਦਾ ਆਨੰਦ ਲੈਂਦੇ ਨੇ, ਪਰ ਇਸ ਮਜ਼ੇ ਨੇ ਇੱਕ ਮੁੰਡੇ ਦੀ ਜਾਨ ਲੈ ਲਈ। ਅਸਲ ਵਿੱਚ ਨਦੀ ਤੋਂ ਨਹਾ ਕੇ ਪਰਤੇ 13 ਸਾਲਾ ਮੁੰਡੇ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਮੁੰਡੇ ਦੇ ਸਿਰ ਵਿੱਚ ਦਿਮਾਗ ਖਾ ਜਾਣ ਵਾਲਾ ਕੀੜਾ ਦਾਖਲ ਹੋ ਗਿਆ। ਇਸੇ ਕਾਰਨ ਉਸਦੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਿਆ ਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋਈ। ਦਾ ਮਿਰਰ ਦੇ ਮੁਤਾਬਕ ਮਾਮਲਾ ਅਮਰੀਕਾ ਦਾ ਹੈ, ਜਿੱਥੇ 13 ਸਾਲ ਦਾ ਇੱਕ ਮੁੰਡਾ ਐਲਖੌਰਨ ਨਦੀ ਵਿੱਚ ਨਹਾਉਣ ਗਿਆ। ਨਹਾਉਂਦੇ ਸਮੇਂ ਕੀੜਾ ਨੱਕ ਜ਼ਰੀਏ ਉਸਦੇ ਦਿਮਾਗ ਤੱਕ ਪਹੁੰਚ ਗਿਆ। ਬਾਅਦ ਵਿੱਚ ਮੁੰਡੇ ਦੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਿਆ ਤੇ ਇਸੇ ਕਾਰਨ 10 ਦਿਨ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਮੁੰਡੇ ਦੀ ਮੌਤ ਦਿਮਾਗ ਨੂੰ ਖਾਣ ਵਾਲੇ ਅਮੀਬਾ ਤੋਂ ਫੈਲੇ ਇੱਕ ਦੁਰਲੱਭ ਤਰ੍ਹਾਂ ਦੇ ਇਨਫੈਕਸ਼ਨ ਕਾਰਨ ਹੋਈ ਹੈ। ਬਰੈਂਪਟਨ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਾਰ ਦੀ ਦਰਖਤ ਜ਼ਬਰਦਸਤ ਟੱਕਰ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੀਲ ਪੁਲਿਸ ਮੁਤਾਬਕ ਇਹ ਹਾਦਸਾ ਰਾਤ ਲਗਭਗ 2 ਵਜੇ ਵਾਪਰਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਐਲਮਵੇਲ ਐਵਨਿਊ ਐਂਡ ਕੌਨਸਟੋਗਾ ਡਰਾਈਵ ਖੇਤਰ ਵਿੱਚ ਬੀਤੀ ਰਾਤ ਲਗਭਗ 2 ਵਜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਕ ਕਾਰ ਦੀ ਦਰਖਤ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਲੱਗਦੇ ਸਾਰੀ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵਿੱਚ ਘਿਰੀ ਕਾਰ 'ਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਸਾਊਥ ਵਿਧਾਨ ਸਭਾ ਸੀਟ ਲਈ 10 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ
ਮੁਕੰਮਲ ਹੋ ਗਏ ਹੈ। ਇਲੈਕਸ਼ਨ BC ਮੁਤਾਬਕ ਇਨ੍ਹਾਂ ਚੋਣਾਂ ਲਈ 2 ਪੰਜਾਬੀਆਂ ਸਣੇ ਕੁੱਲ 5 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਨੇ। ਇਹ ਸਾਰੇ ਉਮੀਦਵਾਰ ਰਜਿਸਟਰਡ ਸਿਆਸੀ ਪਾਰਟੀਆਂ ਵੱਲੋਂ ਚੋਣ ਲੜਨਗੇ। ਸਾਰਿਆਂ ਦਾ ਅੱਛਾ ਰਸੂਖ ਹੋਣ ਦੇ ਚਲਦਿਆਂ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ। BC ਇਲੈਕਸ਼ਨ ਅਨੁਸਾਰ ਸਰੀ ਸਾਊਥ ਦੀਆਂ ਜ਼ਿਮਨੀ ਚੋਣਾਂ ਲਈ 2 ਮਰਦ ਅਤੇ 3 ਮਹਿਲਾ ਉਮੀਦਵਾਰਾਂ ਸਣੇ ਕੁੱਲ 5 ਉਮੀਦਵਾਰ ਚੋਣ ਅਖਾੜੇ ਵਿੱਚ ਉਤਰ ਚੁੱਕੇ ਨੇ। ਸੋ ਇਸ ਤਰ੍ਹਾਂ ਨਾਮਜ਼ਦਗੀ ਕਾਗਜ਼ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ। ਹੁਣ 10 ਸਤੰਬਰ ਨੂੰ VOTING ਹੋਏਗੀ, ਜਿਸ ਤੋਂ ਬਾਅਦ ਸਾਊਥ ਸਰੀ ਹਲਕੇ ਨੂੰ ਨਵਾਂ ਵਿਧਾਇਕ ਮਿਲ ਜਾਏਗਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸ਼ਨੀਵਾਰ ਨੂੰ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ। ਇੰਨਾ ਹੀ ਨਹੀਂ, ਸਿੱਖ ਲੜਕੀ ਦੇ ਵਿਆਹ ਤੋਂ ਪਹਿਲਾਂ ਉਸ ਦਾ ਧਰਮ ਪਰਿਵਰਤਨ ਵੀ ਕੀਤਾ ਗਿਆ। ਪਰਿਵਾਰ ਨੇ ਇਨਸਾਫ ਲਈ ਪੁਲਿਸ ਤੋਂ ਮਦਦ ਮੰਗੀ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਸ਼ਿਕਾਇਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਰਹਿਣ ਵਾਲੇ ਗੁਰਬਚਨ ਸਿੰਘ ਦੀ ਧੀ ਦੀਨਾ ਕੌਰ ਇੱਕ ਅਧਿਆਪਕ ਹੈ। ਸ਼ਨੀਵਾਰ ਸਵੇਰੇ ਉਹ ਸਕੂਲ ਜਾਣ ਲਈ ਘਰੋਂ ਨਿਕਲੀ। ਸਕੂਲ ਪਹੁੰਚਣ ਤੋਂ ਪਹਿਲਾਂ ਰਸਤੇ 'ਚ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਦਾ ਧਰਮ ਬਦਲ ਦਿੱਤਾ ਗਿਆ ਤੇ ਉਸ ਦਾ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਦੀਨਾ ਕੌਰ ਦੇ ਅਗਵਾ ਹੋਣ ਦਾ ਪਤਾ ਲੱਗਣ ਤੇ ਗੁਰਬਚਨ ਸਿੰਘ ਅਤੇ ਇਲਾਕੇ ਦੇ ਲੋਕ ਪੁਲਿਸ ਕੋਲ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਕੇ ਚੁੱਪ ਰਹਿਣ ਲਈ ਕਿਹਾ ਕਿ ਲੜਕੀ ਨੇ ਧਰਮ ਪਰਿਵਰਤਨ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਗੁਰਬਚਨ ਸਿੰਘ ਦੀ FIR ਵੀ ਦਰਜ ਨਹੀਂ ਕੀਤੀ। ਦੀਨਾ ਕੌਰ ਦੇ ਪਿਤਾ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਕੱਲ ਇਮਾਨੀਆਂ ਵਾਲੇ ਪਾਸੇ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਧੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਕਿਹਾ ਗਿਆ। ਉਸਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਪਰ ਕੋਈ ਜਵਾਬ ਨਹੀਂ ਦੇ ਰਿਹਾ। ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਨੇ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ। ਅਜਿਹਾ ਹੀ ਮਾਮਲਾ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਸਾਹਮਣੇ ਆਇਆ, ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਬਲਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਅਚਨਚੇਤੀ ਮੌਤ ਤੇ ਪੰਜਾਬੀ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਅਤੇ ਵਾਈਸ ਚਾਂਸਲਰ ਰੌਬਰਟ ਹੈਪਕਾ ਊਰਜਾ ਵਾਰਤਾ ਲਈ ਐਤਵਾਰ ਨੂੰ ਕੈਨੇਡਾ ਦੀ ਯਾਤਰਾ ਤੇ ਨੇ। DPA ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦੇ 3 ਦਿਨਾਂ ਦੌਰੇ ਦੌਰਾਨ ਉਹਨਾਂ ਦਾ ਮੁੱਖ ਟੀਚਾ ਜਲਵਾਯੂ ਤੇ ਊਰਜਾ ਦੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਡੂੰਘਾ ਕਰਨਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਹਨਾਂ ਦੀ ਗੱਲਬਾਤ ਰੂਸ ਖਿਲਾਫ ਯੂਕਰੇਨ ਦੀਆਂ ਲੜਾਈਆਂ ਲਈ ਰਾਜਨੀਤਿਕ, ਆਰਥਿਕ ਅਤੇ ਫੌਜੀ ਸਮਰਥਨ ਅਤੇ ਚੀਨ ਨਾਲ ਸੌਦੇ ਤੇ ਧਿਆਨ ਕੇਂਦਰਿਤ ਕਰਨ ਲਈ ਵੀ ਹੈ। ਸਕੋਲਜ਼ ਅਤੇ ਹੈਬੈਕ, ਜਿਨ੍ਹਾਂ ਦੀ ਚਰਚਾ ਦੇ ਉਦੇਸ਼ ਵਿੱਚ ਅਰਥ ਵਿਵਸਥਾ ਤੇ ਵਾਤਾਵਰਣ ਵੀ ਸ਼ਾਮਲ ਹੈ, ਟਰੂਡੋ ਨਾਲ ਗੱਲਬਾਤ ਲਈ ਸੋਮਵਾਰ ਨੂੰ ਉਹਨਾਂ ਦੇ ਹਲਕੇ ਮੌਂਟਰੀਅਲ ਵਿੱਚ ਰੁਕੇ। ਫਿਰ ਦੋਵੇਂ ਟੋਰਾਂਟੋ ਲਈ ਰਵਾਨਾ ਹੋਏ, ਜਿੱਥੇ ਸਕੋਲਜ਼, ਹੈਬੈਕ ਅਤੇ ਟਰੂਡੋ ਇੱਕ ਜਰਮਨ ਕੈਨੇਡੀਅਨ ਆਰਥਿਕ ਕਾਨਫਰੰਸ ਲਈ ਇਕੱਠੇ ਹੋਣਗੇ। ਅਫਗਾਨਿਸਤਾਨ ਦੇ ਪੂਰਬੀ ਸੂਬੇ ਲੋਗਾਰ 'ਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਮਕਾਨ ਰੁੜ ਗਏ ਤੇ ਕਈ ਢਹਿ-ਢੇਰੀ ਹੋ ਗਏ। ਅਖਬਾਰ ਏਜੰਸੀ ਬਖਤਰ ਨੇ ਐਤਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਅਖਬਾਰ ਏਜੰਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਕਾਰਨ ਲੋਗਾਰ ਸੂਬੇ ਦੇ ਖੁਸ਼ੀ ਜ਼ਿਲ੍ਹੇ 'ਚ ਆਏ ਹੜ੍ਹ 'ਚ ਕਈ ਪਿੰਡਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਸੈਂਕੜੇ ਮਕਾਨ ਰੁੜ ਗਏ ਨੇ। ਹੜ੍ਹ ਕਾਰਨ ਜ਼ਿਲ੍ਹੇ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੈਂਕੜੇ ਹੈਕਟਰ ਇਲਾਕੇ 'ਚ ਫਸਲ ਵੀ ਤਬਾਹ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਮਹੀਨਿਆਂ 'ਚ ਯੁੱਧ ਦਾ ਸ਼ਿਕਾਰ ਦੇਸ਼ ਦੇ 34 ਸੂਬਿਆਂ 'ਚੋਂ 10 ਸੂਬਿਆਂ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ 200 ਵੱਧ ਲੋਕ ਮਾਰੇ ਗਏ ਨੇ ਤੇ ਕਈ ਬੇਘਰ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕੀਤਾ। ਧਾਮੀ ਨੇ ਕਿਹਾ ਕਿ ਜੇਕਰ ਗੁਜਰਾਤ ਅਤਿਆਚਾਰ ਸਮੇਂ ਬਿਲਕਿਸ ਬਾਨੋ ਜ਼ਬਰ ਜਨਾਹ ਕੇਸ ਵਿੱਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ ਛੱਡਣ ਦਾ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਫਿਰ ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਰਕਾਰਾਂ ਪੱਖਪਾਤ ਵਾਲੀ ਨੀਤੀ ਅਪਣਾ ਰਹੀਆਂ ਨੇ। ਇੱਕ ਪਾਸੇ ਜ਼ਬਰ ਜਨਾਹ ਵਰਗੇ ਗੰਭੀਰ ਤੇ ਸਮਾਜ ਦੇ ਨਾਂ ਤੇ ਧੱਬਾ ਕਹੇ ਜਾਂਦੇ ਅਪਰਾਧ ਜ਼ਬਰ ਜਨਾਹ ਦੇ ਦੋਸ਼ੀ ਸਰਕਾਰਾਂ ਵੱਲੋਂ ਹਮਦਰਦੀ ਭਰੀ ਭਾਵਨਾ ਨਾਲ ਛੱਡ ਦਿੱਤੇ ਜਾਂਦੇ ਨੇ ਤੇ ਦੂਜੇ ਪਾਸੇ ਸਿੱਖ ਬੰਦੀਆਂ ਨੂੰ 3-3 ਦਹਾਕਿਆਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਰੱਖਿਆ ਹੋਇਆ ਹੈ ਕਿ ਇਸ ਤਰ੍ਹਾਂ ਕਰਕੇ ਸਾਡੇ ਦੇਸ਼ ਦੀਆਂ ਸਰਕਾਰਾਂ ਘੱਟ ਗਿਣਤੀਆਂ ਨੂੰ ਜਾਣਬੁੱਝ ਕੇ ਨਹੀਂ ਦਬਾ ਰਹੀਆਂ। ਐਡਵੋਕੇਟ ਧਾਮੀ ਨੇ ਇਸ ਪੱਖਪਾਤ ਨੂੰ ਭਾਰਤੀ ਸੰਵਿਧਾਨ ਦੇ ਉਲੰਘਣਾ ਦੇ ਨਾਲ ਅਤੇ ਮਨੁੱਖੀ ਅਧਿਕਾਰਾਂ ਦੀ ਵੀ ਹੱਤਿਆ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਜਿਹਾ ਧੱਕਾ ਤੇ ਪੱਖਪਾਤ ਠੀਕ ਨਹੀਂ ਹੈ ਅਤੇ ਸਰਕਾਰਾਂ ਨੂੰ ਇਸ ਮਾਮਲੇ 'ਚ ਸੰਜੀਦਾ ਵਿਚਾਰ ਕਰਨ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਨੂੰ ਸਭ ਲਈ ਇੱਕੋ ਜਿਹੀ ਨੀਤੀ ਅਪਣਾਉਣ ਲਈ ਨੇਕ ਦਿਲੀ ਧਾਰਨ ਕਰਨ ਦੀ ਸਲਾਹ ਦਿੱਤੀ ਹੈ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਲਈ ਕਿਹਾ।
ਪੰਜਾਬ ਵਿੱਚ ਹੁਣ ਲੰਪੀ ਵਾਇਰਸ ਨੂੰ ਲੈ ਕੇ ਹਾਲਾਤ ਹੋਰ ਵਿਗੜ ਰਹੇ ਨੇ। ਸੂਬੇ 'ਚ ਹੁਣ ਤੱਕ 7000 ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ। 1 ਲੱਖ ਤੋਂ ਵੱਧ ਜਾਨਵਰਾਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਇਹ ਲਾਗ ਗਾਵਾਂ ਤੋਂ ਇਲਾਵਾ ਮੱਝਾਂ ਵਿੱਚ ਵੀ ਹੋ ਰਹੀ ਹੈ। ਹੁਣ ਤੱਕ ਮੱਝਾਂ ਵਿੱਚ ਇਨਫੈਕਸ਼ਨ ਦੇ 48 ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਲੰਪੀ ਦੀ ਲਾਗ ਰਾਜ ਦੇ 7 ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਸਾਰੇ 23 ਜ਼ਿਲ੍ਹਿਆਂ ਵਿੱਚ ਫੈਲ ਗਈ ਹੈ। ਹੁਣ ਤੱਕ ਇਸ ਜਾਨਲੇਵਾ ਇਨਫੈਕਸ਼ਨ ਦੀ ਲਪੇਟ ਵਿੱਚ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਜਿੱਥੇ 7000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਉੱਥੇ ਦੂਸਰੇ ਪਾਸੇ ਇੱਕ ਚੰਗੀ ਖਬਰ ਇਹ ਵੀ ਹੈ ਕਿ ਹੁਣ ਤੱਕ ਕਰੀਬ 50000 ਪਸ਼ੂ ਠੀਕ ਵੀ ਹੋਏ ਨੇ। ਹਾਲਾਂਕਿ ਸੂਬਾ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਵਿੱਚ 3 ਲੱਖ ਪਸ਼ੂਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਗਿਆ। ਪੰਜਾਬ ਨੂੰ ਹੁਣ ਤੱਕ ਟੀਕੇ ਦੀਆਂ 3,16,000 ਖੁਰਾਕਾਂ ਮਿਲ ਚੁੱਕੀਆਂ ਨੇ। ਇਹ ਟੀਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋੜ ਦੇ ਅਨੁਪਾਤ ਵਿੱਚ ਭੇਜੇ ਗਏ ਨੇ। ਭਾਰਤ ਵਿੱਚ ਯੂਨੀਵਰਸਿਟੀਜ਼ ਅਤੇ ਉੱਚ ਵਿਦਿਅਕ ਅਦਾਰੇ ਹੁਣ ਆਪਣੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਸ 'ਚ ਵਿਦੇਸ਼ੀ ਵਿਦਿਆਰਥੀਆਂ ਲਈ 25% ਵਾਧੂ ਸੀਟਾਂ ਰੱਖ ਸਕਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਭਾਰਤ ਵਿੱਚ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਵੀ ਨਹੀਂ ਦੇਣੀ ਪਏਗੀ। UGC ਨੇ ਪਿਛਲੇ ਹਫ਼ਤੇ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲਿਆ। ਵਾਧੂ ਸੀਟਾਂ ਤੈਅ ਸੀਟਾਂ ਨਾਲੋਂ ਵੱਖਰੀਆਂ ਹੋਣਗੀਆਂ ਤੇ ਇਹਨਾਂ ਸੀਟਾਂ ਦਾ ਫੈਸਲਾ ਸੰਬੰਧਤ ਉੱਚ ਵਿਦਿਅਕ ਅਦਾਰਿਆਂ ਵੱਲੋਂ ਤੈਅ ਮਾਪਦੰਡਾਂ ਮੁਤਾਬਕ ਲਿਆ ਜਾਏਗਾ। UGC ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਲਈ ਉੱਚ ਵਿਦਿਅਕ ਅਦਾਰੇ ਪਾਰਦਰਸ਼ੀ ਪ੍ਰਕਿਰਿਆ ਅਪਣਾ ਸਕਦੇ ਨੇ। ਵਿਦੇਸ਼ੀ ਵਿਦਿਆਰਥੀਆਂ ਲਈ ਤੈਅ ਕੀਤੀਆਂ ਗਈਆਂ ਵਾਧੂ ਸੀਟਾਂ ਤੇ ਐਕਸਚੇਂਜ ਪ੍ਰੋਗਰਾਮ ਤਹਿਤ ਆਉਣ ਵਾਲੇ ਕਮਾਂਤਰੀ ਵਿਦਿਆਰਥੀਆਂ ਦਾ ਕੋਈ ਹੱਕ ਨਹੀਂ ਹੋਏਗਾ। ਇਹ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਵਿਦੇਸ਼ੀ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਸੀਟਾਂ 'ਚੋਂ ਕੋਈ ਸੀਟ ਖਾਲੀ ਰਹਿ ਜਾਂਦੀ ਹੈ ਤਾਂ ਉਹ ਕਿਸੇ ਹੋਰ ਨੂੰ ਅਲਾਟ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹਾਲੀ ਦੌਰੇ ਤੋਂ ਪਹਿਲਾਂ ਪੰਜਾਬ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖੂਫੀਆ ਏਜੰਸੀਆਂ ਦੇ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ISI ਚੰਡੀਗੜ੍ਹ ਅਤੇ ਮੋਹਾਲੀ ਨੂੰ ਦਹਿਲਾਉਣ ਦੀ ਤਾਕਤ ਵਿੱਚ ਹੈ। ਖੂਫੀਆ ਇਨਪੁਟ ਮੁਤਾਬਕ ਅੱਤਵਾਦੀ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਨੇ। ਕੇਂਦਰੀ ਖੂਫੀਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਇਨਪੁਟ ਭੇਜਿਆ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਅੱਤਵਾਦੀ ਕਿਸੇ ਸਮੇਂ ਕੋਈ ਵੀ ਅੱਤਵਾਦੀ ਹਮਲਾ ਕਰ ਸਕਦੇ ਨੇ, ਜਿਸ ਦੇ ਲਈ ਉਹ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਨੇ। ਕੇਂਦਰੀ ਖੂਫੀਆ ਏਜੰਸੀਆਂ ਦੇ ਇਨਪੁਟ ਮਿਲਦੇ ਹੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਪੁਖਤਾ ਇੰਤਜ਼ਾਮ ਨੂੰ ਲੈ ਕੇ ਪਲੈਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਦੇ ਮੁੱਲਾਂਪੁਰ ਵਿਖੇ ਆ ਰਹੇ ਨੇ, ਜਿੱਥੇ ਉਹ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਮਿਸ ਯੂਨੀਵਰਸ 2023 ਨੂੰ ਲੈ ਕੇ ਨਵੀਂ ਅਪਡੇਟ ਹੈ। ਮਿਸ ਯੂਨੀਵਰਸ ਨੂੰ ਲੈ ਕੇ ਨਵਾਂ ਨਿਯਮ ਬਣਾਇਆ ਗਿਆ, ਜਿਸ ਤਹਿਤ ਹੁਣ ਵਿਆਹੁਤਾ ਔਰਤਾਂ ਵੀ ਇਸ ਮੁਕਾਬਲੇ 'ਚ ਹਿੱਸਾ ਲੈ ਸਕਦੀਆਂ ਨੇ, ਪਰ ਇਹ ਨਿਯਮ ਮਿਸ ਯੂਨੀਵਰਸ ਦੇ 72ਵੇਂ ਐਡੀਸ਼ਨ ਤੇ ਲਾਗੂ ਹੋਏਗਾ। ਪੁਰਾਣੇ ਨਿਯਮ ਅਨੁਸਾਰ 18 ਤੋਂ 28 ਸਾਲ ਦੀ ਉਮਰ ਵਰਗ ਦੀਆਂ ਅਣਵਿਆਹੀਆਂ ਔਰਤਾਂ ਹੀ ਮੁਕਾਬਲੇ 'ਚ ਹਿੱਸਾ ਲੈ ਸਕਦੀਆਂ ਨੇ। ਹੁਣ ਉਮਰ ਸੀਮਾ ਹੋਈ ਹੈ, ਪਰ ਜੇਕਰ ਤੁਸੀਂ ਵਿਆਹੇ ਵੀ ਹੋ ਜਾਂ ਮਾਂ ਵੀ ਹੋ ਤਾਂ ਵੀ ਤੁਸੀਂ ਇਸ ਸੁੰਦਰਤਾ ਮੁਕਾਬਲੇ ਲਈ ਯੋਗ ਹੋਵੋਗੇ। ਵੈਸੇ ਸਾਲ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਮਿਸ ਯੂਨੀਵਰਸ ਦੇ ਆਯੋਜਕਾਂ ਨੇ ਇੱਕ ਮੀਮੋ ਜਾਰੀ ਕਰਕੇ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।